ਪ੍ਰਾਕਥਨ। ਇਸ ਸ਼ਬਦ ਵਿੱਚ ਪ੍ਰਭੂ ਦੇ ਮਿਲਣੇ ਦੀ ਤੀਬਰ ਅਭਿਲਾਖਾ ਤੇ ਗੁਰੂ ਦੁਆਰਾ ਮਿਲ ਪੈਣੇ ਤੇ ਗੁਰੂ ਦੀ ਸਲਾਹੁਤ ਤੇ ਉਪਮਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਉ। ਮੈਂ ਜਗਿਆਸੂ ਰੂਪੀ ਇਸਤਰੀ ਸਦਾ ਪੰਧ ਸਿਰ ਖੜੋਤੀ ਰਾਹੀਆਂ ਤੋਂ ਰਾਹ ਪੁੱਛਦੀ ਰਹਿੰਦੀ ਹਾਂ ਕਿ ਮੈਨੂੰ ਕੋਈ ਪ੍ਰਭੂ ਦਾ ਰਾਹ ਦੱਸਣੇ ਵਾਲਾ ਦੱਸੇ ਤਾਂ ਮੈਂ ਉਸ ਰਾਹ ਦੱਸਣੇ ਵਾਲ ਪਾਸ ਜਾਵਾਂ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਿਰਾਉ। ਤਾਂ ਜੋ ਜਿਨ੍ਹਾਂ ਨੇ ਮੇਰੇ ਪਿਆਰੇ ਦੇ ਮਿਲਾਪ ਦਾ ਰਸ ਮਾਣਿਆ ਹੈ, ਮੈਂ ਉਹਨਾਂ ਦੇ ਪਿੱਛੇ ਲੱਗੀ ਫਿਰਾਂ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੈ ਕਾ ਚਾਉ। ਤੇ ਉਹਨਾਂ ਦੀ ਮਿੰਨਤ ਕਰਾਂ, ਉਹਨਾਂ ਅੱਗੇ ਜੋਦੜੀ ਕਰਾਂ ਤੇ ਆਖਾਂ ਕਿ ਮੈਨੂੰ ਪ੍ਰਭੂ ਮਿਲਣੇ ਦਾ ਚਾਉ ਹੈ। ਮੇਰੇ ਭਾਈ ਜਨਾ, ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹੇ ਮੇਰੇ ਭਾਈ ਜਨੋ, ਭਾਵ ਸਤ ਸੰਗਿਓ, ਕੋਈ ਮੈਨੂੰ ਪ੍ਰਭੂ ਦੇ ਮੇਲ ਵਿੱਚ ਮਿਲਾ ਦਿਓ। ਹਉ ਸਤਿਗੁਰ ਵਿਟਹੁ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਰਹਾਉ। ਮੇਰੀ ਇਹ ਅਰਦਾਸ ਸੁਣ ਕੇ ਸਦਾ ਸਤ ਸੰਗ ਵਿੱਚ ਵਸਦੇ ਸਤਿਗੁਰੂ ਨੇ ਮੈਨੂੰ ਹਰੀ ਪ੍ਰਭੂ ਦਿਖਾ ਦਿੱਤਾ। ਮੈਂ ਉਸ ਸਤਿਗੁਰੂ ਤੋਂ ਵਾਰਨੇ ਵਾਰਨੇ ਜਾਂਦਾ ਹਾਂ। ਰਹਾਉ। ਇੱਥੇ ਵਾਰਿਆ ਪਦ ਪੁਲਿੰਗ ਵਰਤਿਆ ਹੈ। ਹੋਏ ਨਿਮਾਣੀ ਟਹਿ ਪਵਾ, ਪੂਰੇ ਸਤਿਗੁਰ ਪਾਸ। ਹੁਣ ਮੈਂ ਨਿਮਾਣੀ ਹੋ ਕੇ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਅੱਗੇ ਟਹਿ ਪਵਾਂ। ਨਿਮਾਣਿਆ ਗੁਰ ਮਾਨ ਹੈ, ਗੁਰ ਸਤਿਗੁਰ ਕਰੇ ਸਾਬਾਸ। ਨਿਮਾਣਿਆਂ ਦਾ ਮਾਣ ਗੁਰੂ ਹੈ। ਹਾਂ, ਗੁਰੂ ਸਤਿਗੁਰੂ ਹੀ ਐਸਾ ਦਿਆਲੂ ਹੈ ਕਿ ਜੋ ਨਿਮਾਣਿਆਂ ਨੂੰ ਸ਼ਾਬਾਸ਼ ਦਿੰਦਾ ਹੈ। ਹਉ ਗੁਰ ਸਾ ਲਾਹੇ ਨਾ ਰੱਜਊ, ਮੈਂ ਮੇਲੇ ਹਰ ਪ੍ਰਭ ਪਾਸ। ਇਸ ਲਈ ਮੈਂ ਗੁਰੂ ਦੀ ਸਲਾਹੁਤ ਕਰਦਾ ਰੱਜਦਾ ਨਹੀਂ, ਕਿਉਂਕਿ ਉਹ ਮੈਨੂੰ ਮੇਰੇ ਕੋਲੋਂ ਹੀ ਹਰੀ ਪ੍ਰਭੂ ਮੇਲ ਦਿੰਦਾ ਹੈ, ਭਾਵ ਅੰਦਰੋਂ ਹੀ ਹਰੀ ਦਿਖਾ ਦਿੰਦਾ ਹੈ। ਸਤਿਗੁਰ ਨੋ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਇ। ਭਾਵੇਂ ਐਸੇ ਮੇਲਣਹਾਰ ਸਤਿਗੁਰੂ ਨੂੰ ਸਭ ਕੋਈ ਮਿਲਣਾ ਲੋਚਦਾ ਹੈ। ਹਾਂ, ਜਿੰਨਾ ਵੀ ਜਗਤ ਹੈ ਉਸ ਵਿੱਚ ਦਾ ਸਭ ਕੋਈ ਲੋਚਦਾ ਹੈ। ਬਿਨ ਭਾਗਾ ਦਰਸ਼ਨ ਨਾ ਥੀਐ, ਭਾਗਹੀਨ ਬਹਿ ਰੋਏ। ਪਰ ਭਾਗਾਂ ਤੋਂ ਬਿਨਾਂ ਦਰਸ਼ਨ ਨਹੀਂ ਹੁੰਦਾ। ਭਾਗਹੀਨ ਨਿਰਾਸ਼ ਹੋਏ ਬੈਠੇ ਰੋਂਦੇ ਹਨ। ਜੋ ਹਰ ਪ੍ਰਭ ਭਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਇ। ਪਰ ਕੋਈ ਕੀ ਕਰੇ, ਜੋ ਹਰੀ ਪ੍ਰਭੂ ਦਾ ਭਾਣਾ ਹੁੰਦਾ ਹੈ ਸੋ ਹੀ ਹੁੰਦਾ ਹੈ। ਧੁਰੋਂ ਉਸ ਹਰੀ ਪ੍ਰਭੂ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ। ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ। ਸਭ ਕੁਛ ਹਰੀ ਪ੍ਰਭੂ ਦੇ ਹੱਥ ਹੈ। ਸਭ ਕੁਛ ਉਹ ਆਪ ਹੀ ਹੈ, ਅਰਥਾਤ ਹਰੀ ਆਪੇ ਹਰੀ ਹੈ, ਆਪੇ ਸਤਿਗੁਰੂ ਹੈ, ਆਪੇ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੈ ਪਾਏ। ਇਉਂ ਕਿ ਪਹਿਲੋਂ ਸਤਿਗੁਰੂ ਦੇ ਪਿੱਛੇ ਪਾ ਕੇ, ਭਾਵ ਲੜ ਲਾ ਕੇ, ਫਿਰ ਦਇਆ ਕਰਕੇ ਆਪਣੇ ਨਾਲ ਆਪ ਹੀ ਮਿਲਾ ਲਏਗਾ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਹਾਂ, ਉਹ ਆਪ ਹੀ ਜਗਤ ਵਿੱਚ ਸਾਰਾ ਜਗਤ ਦਾ ਜੀਵਨ ਹੈ। ਹੇ ਨਾਨਕ, ਜੀਕੂ ਜਲ ਜਲ ਹੈ, ਚਾਹੋ ਭਿੰਨ ਰੂਪ ਲਹਿਰਾਂ ਬੁੱਧ ਬੁੱਧਿਆਂ ਦੇ ਰੂਪ ਵਿੱਚ ਹੈ, ਚਾਹੋ ਇਹ ਰੂਪ ਮੇਟ ਕੇ ਜਲ ਵਿੱਚ ਸਮਾਏ ਰੂਪ ਵਿੱਚ ਹੋ। ਵਿਆਖਿਆ। ਇਹਨਾਂ ਸ਼ਬਦਾਂ ਵਿੱਚ ਇਉਂ ਪ੍ਰਤੀਤ ਦਿੰਦਾ ਹੈ ਜਿਵੇਂ ਸਤਿਗੁਰੂ ਜੀ ਆਪਣੀ ਪਹਿਲੀ ਅਵਸਥਾ ਦਾ ਵਰਣਨ ਕਰ ਰਹੇ ਹਨ, ਜਦੋਂ ਕਿ ਵਾਹਿਗੁਰੂ ਦੀ ਤਲਾਸ਼ ਵਿੱਚ ਲੱਗੇ ਹੋਏ ਸਨ।
ਅਤੇ ਇਹ ਸ਼ਬਦ ਤਦੋਂ ਉਚਾਰਨ ਕੀਤੇ ਹੋਏ ਸਨ, ਪਰ ਇਹ ਹੋ ਨਹੀਂ ਸਕਦਾ, ਕਿਉਂਕਿ ਜਦ ਤੱਕ ਆਪ ਗੁਰਗੱਦੀ ਤੇ ਥਾਪੇ ਨਾ ਜਾਣ, ਆਪ ਨਾਨਕ ਪਦ ਆਪਣੇ ਲਈ ਵਰਤਨ ਦੀ ਖੁੱਲ੍ਹ ਨਹੀਂ ਸਨ ਲੈ ਸਕਦੇ। ਫਿਰ ਇਹਨਾਂ ਸ਼ਬਦਾਂ ਵਿੱਚ ਨਿਰੀ ਅਭਿਲਾਸ਼ਾ ਤੇ ਜਾਚਨਾ ਹੀ ਜਗਿਆਸੂ ਵਾਂਗੂ ਨਹੀਂ ਹੈ। ਪ੍ਰਭੂ ਨਾਮ ਮਿਲਾਪ ਹੋ ਜਾਣ ਦਾ ਵੀ ਹਾਲ ਆ ਜਾਂਦਾ ਹੈ। ਇਸ ਸ਼ਬਦ ਦੇ ਅਖੀਰ ਵਿੱਚ ਤਾਂ ਵਾਹਿਗੁਰੂ ਵਿੱਚ ਲੀਨਤਾ ਦੇ ਪਰਮ ਪਦ ਦਾ ਵੀ ਹਾਲ ਕਹਿ ਦਿੱਤਾ ਹੈ, ਜਿਸ ਤੋਂ ਵੀ ਸਪਸ਼ਟ ਹੋ ਗਿਆ ਕਿ ਇਹ ਆਪਣੀ ਜਗਿਆਸੂ ਅਵਸਥਾ ਦੇ ਉਚਾਰੇ ਹੋਏ ਸ਼ਬਦ ਨਹੀਂ ਹਨ, ਇਹ ਤਾਂ ਆਪ ਹੀ ਉਪਦੇਸ਼ ਦੇ ਰਹੇ ਹਨ। ਉੱਤਮ ਪੁਰਖ ਦੁਆਰਾ ਬੋਲ ਕੇ ਅਨਿਆਇ ਪੁਰਖ ਨੂੰ ਕਿ ਜਗਿਆਸਾ ਕਾਲ ਵਿੱਚ ਲਗਨ ਇੱਕ ਬਿਰਹਨੀ ਤੇ ਵਿਜੋਗਣ ਨਾਇਕਾ ਵਾਂਗੂ ਹੋਣੀ ਚਾਹੀਏ। ਫਿਰ ਗੁਰੂ ਦੀ ਢੋਲ ਚਾਹੀਏ। ਵਾਹਿਗੁਰੂ ਨਾਲ ਅਭੇਦ ਗੁਰੂ ਦੀ ਸੇਵਾ ਤੇ ਸੰਗਤ ਨਿਰਮਾਣ ਹੋ ਕੇ ਕਰਨੀ ਚਾਹੀਏ। ਘਾਲ ਕਰਦਿਆਂ ਮਿਹਰ ਹੋਣੀ ਸਾਈਂ ਦਾ ਆਪਣਾ ਕਰਤੱਵ ਹੈ। ਗੁਰੂ ਦਾ ਮੇਲ ਵੀ ਮਿਹਰ ਹੈ ਸਾਈਂ ਦੀ। ਭਾਗ ਆਦ ਪਦ ਜੋ ਵਰਤਦੇ ਹਨ, ਉਹਨਾਂ ਦਾ ਭਾਵ ਇਹ ਹੁੰਦਾ ਹੈ ਕਿ ਜੀਵ ਦੇ ਆਪਣੇ ਵਸ ਨਹੀਂ। ਧੁਰ ਦਾ ਲਿਖਿਆ ਮਿਟ ਨਹੀਂ ਸਕਦਾ। ਧੁਰ ਦੇ ਲਿਖੇ ਬਾਬਤ ਵਾਕ ਹੈ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਵਾਰ ਸਾਰੰਗ ਮਹੱਲਾ ਪਹਿਲਾ। ਅਰਥਾਤ ਵਾਹਿਗੁਰੂ ਸਭਨਾਂ ਨੂੰ ਆਪਣੇ ਹੁਕਮ ਵਿੱਚ ਤੋਰਦਾ ਹੈ, ਪਰ ਉਸ ਦੀ ਕਲਮ ਜੀਵਾਂ ਦੇ ਕਰਮਾਂ ਨੂੰ ਤੋਲ ਕੇ ਚੱਲਦੀ ਹੈ। ਅੰਤਲੇ ਅੰਕ ਵਿੱਚ ਕਰਮ, ਯਤਨ, ਸਾਧਨ ਸਭ ਤੋਂ ਵੱਖਰਾ ਪਤਾ ਵਾਹਿਗੁਰੂ ਜੀ ਦੇ ਸਭ ਕੁਝ ਆਪ ਹੋਣ ਦਾ ਦਿੰਦੇ ਹਨ। ਉਹ ਆਪਣੀ ਬ੍ਰਹਮ ਦ੍ਰਿਸ਼ਟੀ ਦੱਸ ਰਹੇ ਹਨ। ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾ। ਸਾਰਾ ਜਗਤ ਤੇ ਜਗਤ ਵਿੱਚ ਜੋ ਜੀਵਨ ਹੈ ਆਪ ਹੈ। ਜੀਕੂ ਸਮੁੰਦਰ ਹੈ, ਉਸ ਦਾ ਜਲ ਜਲ ਹੈ। ਜਲ ਤੇ ਉੱਠ ਰਹੇ ਬੁੱਧ ਬੁੱਧੇ, ਝੱਗ, ਤਰੰਗ ਸਭ ਜਲ ਰੂਪ ਹਨ। ਚਾਹੋ ਉਹ ਜਦੋਂ ਕਿ ਉਹ ਭਿੰਨ ਆਪਣੇ ਰੂਪ ਵਿੱਚ ਦਿਸ ਰਹੇ ਹਨ, ਚਾਹੋ ਤਰੰਗ, ਝੱਗ, ਬੁੱਧ ਬੁੱਧੇ ਜਲ ਵਿੱਚ ਲੀਨ ਹੋ ਰਹੇ ਹਨ। ਅਸਲ ਸਰੂਪ ਸਦਾ ਥਿਰ ਸਰੂਪ ਸਭ ਦਿਸਦੇ ਨਜ਼ਾਰਿਆਂ ਦਾ ਅਧਿਸ਼ਠਾਨ ਜਲ ਹੈ, ਤੇ ਸਭ ਦਿਸਦੇ ਨਜ਼ਾਰੇ ਜਲ ਰੂਪ ਹਨ। ਜਿਸ ਤਰ੍ਹਾਂ ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨ ਹੋਈ। ਆਸਾ ਨਾਮਦੇਵ। ਨਿਰੁਕਤ ਪੰਥ ਦਾ ਭਾਵ ਹੈ ਰਸਤਾ। ਜੋਦੜੀ ਦਾ ਭਾਵ ਹੈ ਪੁਰਾਤਨ ਪੰਜਾਬੀ ਵਿੱਚ ਨਾਮ ਬੇਨਤੀ ਦਾ ਹੈ, ਜੋ ਦੋ ਹੱਥ ਜੋੜ ਕੇ ਕੀਤੀ ਜਾਵੇ, ਪਰ ਸੰਪਰਦਾ ਵਿੱਚ ਇਸ ਦਾ ਅਰਥ ਸੇਵਾ ਵੀ ਕਰਦੇ ਹਨ। ਇਸ ਦਾ ਮੂਲ ਜੋਹਦ ਸਮਝ ਕੇ ਫਾਰਸੀ ਵਿੱਚ ਜੋਹਦ ਦੇ ਅਰਥ ਹਨ ਤਾਕਤ, ਕੋਸ਼ਿਸ਼, ਯਤਨ। ਫਾਰਸੀ ਵਿੱਚ ਇੱਕ ਪਦ ਹੈ ਜੋਹਦ, ਉਸ ਦੇ ਅਰਥ ਹਨ ਪਾਰਸਾਈ, ਇਨਸਾਨੀ ਨਫਸਾਨੀ ਖਾਹਿਸ਼ਾਂ ਦਾ ਤਿਆਗ। ਪ੍ਰਾਕਥਨ। ਹਰੀ ਰਸ ਦੀ ਸ਼੍ਰੇਸ਼ਟਤਾ ਦੱਸ ਕੇ ਗੁਰਮੁਖਾਂ ਨੂੰ ਪ੍ਰਾਪਤ ਤੇ ਮਨਮੁਖਾਂ ਨੂੰ ਅਪ੍ਰਾਪਤ ਦੱਸਿਆ ਹੈ। ਇਹ ਹਰ ਰਸ ਮਿਲਦਾ ਗੁਰੂ ਤੋਂ ਹੈ, ਅਤੇ ਇਹ ਰਸ ਵਿਆਪਕ ਰਸ ਹੈ ਤੇ ਅਮਰ ਕਰਦਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਇ। ਪ੍ਰਸ਼ਨ। ਨਾਮ ਰੂਪੀ ਰਸ ਬਹੁਤ ਸ਼੍ਰੇਸ਼ਟ ਹੈ, ਕਿਉਂਕਿ ਇਹ ਰਸ ਅੰਮ੍ਰਿਤ ਰਸ ਹੈ। ਅਰਥਾਤ ਹੋਰ ਰਸ ਜਨਮ ਮਰਨ ਵਿੱਚ ਰੱਖਦੇ ਹਨ, ਇਹ ਅਮਰ ਕਰਦਾ ਹੈ। ਇਹ ਰਸ ਸਾਨੂੰ ਕੀਕੂ ਮਿਲੇ ਜੋ ਇਸ ਨੂੰ ਪੀਵੀਏ। ਉੱਤਰ। ਜਾਏ ਪੁੱਛੋ ਸੁਹਾਗਣੀ, ਤੋਸਾ ਕਿਉ ਕਰ ਮਿਲਿਆ ਪ੍ਰਭ ਆਏ। ਇਸ ਰਸ ਦੇ ਦਾਤੇ ਪ੍ਰਭੂ ਦੀਆਂ ਸੁਹਾਗਣਾ ਰੂਪ ਸਤਿਪੁਰਖਾਂ ਨੂੰ ਜਾ ਕੇ ਪੁੱਛੋ ਕਿ ਤੁਹਾਨੂੰ ਨਾਮ ਰਸ ਦਾਤਾ ਪ੍ਰਭੂ ਕੀਕਰ ਆ ਮਿਲਿਆ ਸੀ। ਜਦ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਤਾਂ ਅੱਗੋਂ ਓਏ ਵੇ ਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾ ਤਿਨ ਪਾਏ। ਉਹ ਬੇਪਰਵਾਹ ਬੋਲਣ ਹੀ ਨਾ, ਮੈਂ ਪਈ ਉਹਨਾਂ ਦੇ ਚਰਨ ਮਲ ਮਲ ਕੇ ਧੋਵਾਂ।
ਭਾਈ ਰੇ ਮਿਲ ਸੱਜਣ ਹਰ ਗੁਣ ਸਾਰ। ਅੰਤ ਉਹਨਾਂ ਨੇ ਉੱਤਰ ਦਿੱਤਾ, ਹੈ ਭਾਈ, ਸੱਜਣ ਨੂੰ ਮਿਲ ਕੇ ਹਰੀ ਦੇ ਗੁਣ ਚਿੱਤ ਕਰ। ਮੈਂ ਪੁੱਛਿਆ, ਸੱਜਣ ਕੌਣ ਹੈ? ਉਹਨਾਂ ਨੇ ਕਿਹਾ, ਸੱਜਣ ਸਤਿਗੁਰ ਪੁਰਖ ਹੈ, ਦੁਖ ਕੱਢੈ ਹਉਮੈ ਮਾਰ। ਰਹਾਉ। ਸੱਜਣ ਤਾਂ ਸਤਿਗੁਰੂ ਪੁਰਖ ਹੈ। ਹਾਂ, ਉਹੀ ਹੈ ਜੋ ਹਉਮੈ ਦੇ ਦੁੱਖ ਨੂੰ ਮਨ ਵਿੱਚੋਂ ਮਾਰ ਕੇ ਕੱਢ ਦਿੰਦਾ ਹੈ। ਰਹਾਉ। ਗੁਰਮੁਖੀਆ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਪ੍ਰਸ਼ਨ, ਕੀ ਇਹ ਉੱਤਰ ਉਹਨਾਂ ਨੇ ਤੁਸਾਂ ਦੀ ਸੇਵਾ ਤੇ ਰੀਝ ਕੇ ਦਿੱਤਾ? ਉੱਤਰ, ਨਹੀਂ। ਗੁਰਮੁਖ ਰੂਪ ਸੁਹਾਗਣਾ ਗੁਰੂ ਸਨਮੁਖ ਹੁੰਦੀਆਂ ਹਨ। ਉਹਨਾਂ ਦੇ ਮਨ ਵਿੱਚ ਮੇਰੀ ਦਸ਼ਾ ਦੇਖ ਕੇ ਦਇਆ ਆ ਗਈ ਸੀ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਮੈਨੂੰ ਸੁਹਾਗਣਾ ਨੇ ਸਮਝਾਇਆ ਕਿ ਸਤਿਗੁਰੂ ਦਾ ਬਚਨ ਰਤਨ ਸਮਾਨ ਅਮੋਲਕ ਹੁੰਦਾ ਹੈ। ਜੋ ਇਸ ਨੂੰ ਮੰਨ ਲਵੇ ਉਹ ਹਰੀ ਰਸ ਨੂੰ ਛਕਦਾ ਹੈ। ਸੇ ਵੱਡ ਭਾਗੀ ਵੱਡ ਜਾਣੀਐ ਹੈ, ਜਿਨ ਹਰ ਰਸ ਖਾਧਾ ਗੁਰ ਪਾਏ। ਉਹ ਵੱਡੇ ਵੱਡ ਭਾਗੀ ਜਾਣੇ ਜਾਂਦੇ ਹਨ, ਜੋ ਹਰੀ ਰਸ ਨੂੰ ਗੁਰੂ ਦੇ ਭਾਣੇ ਅਨੁਸਾਰ ਖਾਂਦੇ ਪੀਂਦੇ ਹਨ। ਭਾਵ ਗੁਰੂ ਦੀ ਮਰਜ਼ੀ ਅਨੁਸਾਰ ਤੁਰ ਕੇ ਹਰੀ ਰਸ ਪ੍ਰਾਪਤ ਕਰਦੇ ਹਨ। ਇਹੋ ਹਰ ਰਸ ਵਣ ਤਿਨ ਸਬਤ ਹੈ, ਭਾਗਹੀਨ ਨਹੀਂ ਖਾਏ। ਇਹ ਹਰੀ ਰਸ ਹੋਰਨਾਂ ਰਸਾਂ ਵਾਂਗੂ ਇੱਕ ਦੇਸ਼ੀ ਵਸਤੂ ਨਹੀਂ। ਇਹ ਤਾਂ ਵਣ ਤਿਨ ਸਭ ਵਿੱਚ ਹੈ। ਇਸ ਨੂੰ ਭਾਗਹੀਨ ਮਨਮੁਖ ਨਹੀਂ ਖਾ ਸਕਦੇ, ਕਿਉਂਕਿ ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਇਹ ਸਤਿਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਚਾਹੋ ਮਨਮੁਖ ਬਥੇਰੀਆਂ ਵਿਲਕਣੀਆਂ ਲੈ ਰਹੇ ਹਨ। ਓਏ ਸਤਿਗੁਰ ਆਗੈ ਨਾ ਨਿਵਹੈ, ਉਹਨਾਂ ਅੰਤਰ ਕ੍ਰੋਧ ਬਲਾਏ। ਪਰ ਉਹ ਸਤਿਗੁਰੂ ਅੱਗੇ ਨਹੀਂ ਨਿਉਂਦੇ, ਕਿਉਂਕਿ ਉਹਨਾਂ ਦੇ ਅੰਦਰ ਕ੍ਰੋਧ ਰੂਪੀ ਬਲਾ ਹੈ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਪ੍ਰਸ਼ਨ, ਹਰੀ ਰਸ ਵਣ ਤਿਨ ਵਿੱਚ ਵਿਆਪਕ ਕੀਕੂ ਹੈ? ਉੱਤਰ, ਹਰੀ ਇੱਕ ਤਾਂ ਆਪ ਹਰੀ ਹੈ, ਭਾਵ ਸਤ ਸਰੂਪ ਹੈ। ਫਿਰ ਉਹ ਹਰੀ ਰਸ ਰੂਪ ਹੈ, ਭਾਵ ਆਨੰਦ ਸਰੂਪ ਹੈ। ਇਹ ਜਾਣਦੇ ਹੀ ਹੋ ਕਿ ਹਰੀ ਸਾਰੇ ਵਿਆਪਕ ਹੈ, ਇਸ ਲਈ ਉਹ ਹਰ ਰਸ ਰੂਪ ਹੋ ਕੇ ਆਪ ਹੀ ਵਣ ਤਿਨ ਵਿੱਚ ਵਿਆਪਕ ਹੋ ਰਿਹਾ ਹੈ। ਫਿਰ ਉਹ ਰਸ ਰੂਪ ਹੋ ਕੇ ਛੂਮ ਵਾਂਗੂ ਅਟੰਕ ਨਹੀਂ ਹੋ ਬੈਠਾ, ਸਗੋਂ ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਆਪੇ ਦਿਆਲੂ ਹੋ ਕੇ ਇਹ ਰਸ ਉਹ ਜੀਵਾਂ ਨੂੰ ਦਿੰਦਾ ਹੈ। ਹਾਂ, ਇਹ ਅੰਮ੍ਰਿਤ ਰਸ ਜਗਿਆਸੂਆਂ ਦੇ ਮੂੰਹ ਵਿੱਚ ਆਪ ਚੋਂਦਾ ਹੈ, ਪਰ ਗੁਰੂ ਦੁਆਰੇ। ਭਾਵ ਇਹ ਕਿ ਗੁਰੂ ਦੁਆਰੇ ਹਰੀ ਰਸ ਹਰੀ ਆਪ ਨਾਮ ਪ੍ਰੇਮੀਆਂ ਦੇ ਮੂੰਹ ਵਿੱਚ ਚੋਂਦਾ ਹੈ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਹੇ ਨਾਨਕ, ਜਿਨ੍ਹਾਂ ਦੇ ਮਨ ਵਿੱਚ ਉਹ ਹਰੀ ਇੰਝ ਵਸ ਜਾਂਦਾ ਹੈ, ਉਹਨਾਂ ਦਾ ਤਨ ਮਨ ਜੋ ਸੁੱਕੇ ਕਾਠ ਵਾਂਗੂ ਨਿਰਾਸ ਹੋ ਰਿਹਾ ਸੀ, ਹਰੀ ਰਸ ਨਾਲ ਹਰਿਆ ਹੋ ਜਾਂਦਾ ਹੈ। ਭਾਵ ਉਹਨਾਂ ਨੂੰ ਆਤਮਾਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਜੀਵਨ ਮੁਕਤੀ ਦਾ ਰਸ ਮਾਣਦੇ ਹਨ। ਵਿਆਖਿਆ, ਪਹਿਲੀ ਸਤਰ ਵਿੱਚ ਫਰਮਾਉਂਦੇ ਹਨ ਕਿ ਨਾਮ ਦਾ ਰਸ ਸਭ ਰਸਾਂ ਤੋਂ ਬਹੁਤ ਸ੍ਰੇਸ਼ਟ ਹੈ, ਕਿਉਂਕਿ ਉਹ ਜੀਵ ਨੂੰ ਅਮਰ ਕਰ ਦਿੰਦਾ ਹੈ, ਜਨਮ ਮਰਨ ਕੱਟ ਦਿੰਦਾ ਹੈ। ਜੋ ਅਮਰ ਕਰੇ ਸੋ ਅੰਮ੍ਰਿਤ, ਇਸ ਲਈ ਇਹ ਰਸ ਅੰਮ੍ਰਿਤ ਰਸ ਹੈ। ਇਹ ਦੱਸ ਕੇ ਪ੍ਰਸ਼ਨ ਕਰਦੇ ਹਨ ਕਿ ਮਿਲੇ ਕੀਕੂ? ਆਪ ਹੀ ਦੱਸਦੇ ਹਨ ਕਿ ਗੁਰਮੁਖਾਂ ਨੂੰ ਪੁੱਛੋ। ਜੋ ਪਤੀ ਪਰਮੇਸ਼ਰ ਨੂੰ ਮਿਲ ਰਹੇ ਹਨ,
ਉਹ ਸੁਹਾਗਵੰਤੀ ਤੁਲ ਪਤੀ ਪਰਮੇਸ਼ਰ ਨੂੰ ਪ੍ਰਾਪਤ ਸੁਭਾਗੇ ਹਨ। ਆਖਦੇ ਹਨ, ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਪ੍ਰਭੂ ਪ੍ਰਾਪਤੀ ਕਿੰਝ ਹੋਈ ਹੈ। ਉਹ ਆਤਮਾ ਆਨੰਦ ਵਿੱਚ ਮਗਨ ਬੇਪਰਵਾਹ ਹੁੰਦੇ ਹਨ। ਸੋ ਉਹਨਾਂ ਦੀ ਮਿੰਨਤ ਕਰੋ। ਸੋ ਮਿੰਨਤ ਕੀਤੀ ਗਈ, ਉਹਨਾਂ ਨੂੰ ਸਾਡੀ ਦੀਨਤਾ ਪਰ ਦਇਆ ਆਈ। ਮਿੰਨਤਾਂ ਸੇਵਾ ਤੇ ਨਹੀਂ ਰੀਝੇ, ਕਿਉਂਕਿ ਉਹ ਤਾਂ ਸਭ ਸ਼ੈ ਤੋਂ ਬੇਪਰਵਾਹ ਹਨ ਤੇ ਬੇਲੋੜ ਹਨ। ਦਇਆ ਇੱਕ ਉਹਨਾਂ ਦਾ ਬਿਰਦ ਹੈ ਜੋ ਬੇਪਰਵਾਹੀ ਦੇ ਹੁੰਦਿਆਂ ਵੀ ਕੰਮ ਕਰਦਾ ਹੈ। ਉਹਨਾਂ ਨੇ ਮੈਨੂੰ ਰਾਹ ਦੱਸਿਆ। ਉਹਨਾਂ ਦੀ ਦੱਸੀ ਪਹਿਲੀ ਗੱਲ ਰਹਾਉ ਵਿੱਚ ਦੱਸੀ ਹੈ ਕਿ ਹੇ ਭਾਈ, ਗੁਰੂ ਰੂਪੀ ਸੱਜਣ ਨੂੰ ਜੋ ਹਬ ਕਹੀਦਾ ਮਿੱਤ ਸੱਜਣ ਹੈ, ਮਿਲ ਕੇ ਹਰੀ ਗੁਣ ਗਾਇਣ ਦੀ ਜਾਚ ਸਿੱਖ। ਉਹ ਇਸ ਤਰਕੀਬ ਨਾਲ ਤੇਰੇ ਮਨ ਵਿੱਚੋਂ ਹਉਮੈ ਦਾ ਦੁੱਖ ਕੱਢ ਦੇਵੇਗਾ। ਫਿਰ ਉਹਨਾਂ ਨੇ ਦੱਸਿਆ ਕਿ ਗੁਰੂ ਕੀਕੂ ਦਿਆਲੂ ਹੋਵੇਗਾ। ਇਸ ਤਰ੍ਹਾਂ ਕਿ ਉਸ ਦੇ ਕਹੇ ਬਚਨਾਂ ਦੀ ਪਾਲਣਾ ਕਰ। ਇਹ ਉਪਦੇਸ਼ ਵੀ ਸੂਤਰ ਰੂਪ ਹੈ, ਸਤਿਗੁਰੂ ਦਾ ਬਚਨ ਹੋਣਾ ਹੈ। ਨਾਮ ਜਾਪ ਤੇ ਗੁਰਬਾਣੀ ਦੁਆਰਾ ਹਰੀ ਦੇ ਗੁਣ ਗਾਇਨ ਕਰ। ਪਾਪਾਂ ਤੋਂ ਬਚ ਤੇ ਸਤ ਸੰਗ ਕਰ। ਇਸ ਤਰ੍ਹਾਂ ਤੈਨੂੰ ਹਰੀ ਰਾਸ ਜੋ ਪਹਿਲੀ ਤੁਕ ਵਿੱਚ ਦੱਸਿਆ ਸੀ ਪ੍ਰਾਪਤ ਹੋਵੇਗਾ। ਸਤਿਗੁਰੂ ਦੇ ਬਚਨ ਨੂੰ ਰਤਨ ਕਿਹਾ ਹੈ। ਰਤਨ ਅਮੋਲਕ ਹੁੰਦਾ ਹੈ, ਨਿਰਾ ਵਿਸ਼ੇਸ਼ਣ ਮਾਤਰ ਅਮੋਲਕ ਨਹੀਂ ਕਿਹਾ। ਰਤਨ ਦੀ ਤਰ੍ਹਾਂ ਸਤਕਾਰ ਦਾ ਬਚਨ ਨਿਰਮਲ ਹੁੰਦਾ ਹੈ। ਉਸ ਵਿੱਚ ਕੇਵਲ ਜਗਿਆਸੂ ਦਾ ਭਲਾ ਮੁਖ ਹੁੰਦਾ ਹੈ। ਉਹ ਆਤਮ ਪ੍ਰਾਪਤੀ ਦਾ ਦਾਤਾ ਹੁੰਦਾ ਹੈ। ਆਤਮਾ ਸੁੰਦਰ ਹੁੰਦਾ ਹੈ, ਇਸ ਕਰਕੇ ਰਤਨ ਵਾਂਗੂ ਸੁੰਦਰ ਹੁੰਦਾ ਹੈ। ਗੁਰੂ ਨੂੰ ਲੋੜ ਨਹੀਂ ਹੁੰਦੀ ਕਿ ਕੋਈ ਮੇਰੇ ਆਖੇ ਲੱਗੇ। ਉਹ ਕੇਵਲ ਉਪਕਾਰ ਲਈ, ਆਤਮ ਦਾਤ ਦੇਣ ਲਈ ਤੇ ਕੁਛ ਨਾ ਲੈਣ ਲਈ ਬਚਨ ਕਰਦਾ ਹੈ। ਜੀਕੂ ਰਤਨ ਆਪਣੀ ਕੀਮਤ ਪਵਾਉਣੋਂ ਬੇਲੋੜ ਹੁੰਦਾ ਹੈ, ਇਸ ਲਈ ਉਸ ਨੂੰ ਰਤਨ ਕਿਹਾ ਹੈ। ਅੰਕ 3 ਵਿੱਚ ਫੇਰ ਹਰ ਰਸ ਨੂੰ ਲੈਂਦੇ ਹਨ ਕਿ ਇਹ ਹਰ ਰਸ ਇੱਕ ਦੇਸੀ ਰਸ ਨਹੀਂ, ਜਿਵੇਂ ਕਿ 5 ਇੰਦਰੀਆਂ ਦੇ ਰਸ ਕੇਵਲ ਸਰੀਰ ਵਿੱਚ ਹੁੰਦੇ ਹਨ। ਇਹ ਰਸ ਨਿਰਾ ਗੁਰੂ ਗੁਰਮੁਖ ਦੇ ਜਾਂ ਜਗਿਆਸੂ ਦੇ ਸਰੀਰ ਵਿੱਚ ਕੈਦ ਨਹੀਂ। ਇਹ ਵਿਆਪਕ ਰਸ ਹੈ। ਵਣ 3 ਮੁਹਾਵਰਾ ਹੈ, ਭਾਵ ਹੈ ਸੂਖਮ ਤੋਂ ਸੂਖਮ ਤੇ ਸਥੂਲ ਤੋਂ ਸਥੂਲ ਵਿੱਚ ਵਿਆਪ ਰਿਹਾ ਹੈ। ਪ੍ਰਸ਼ਨ ਹੁੰਦਾ ਹੈ ਕਿ ਜੇ ਵਿਆਪਕ ਹੈ ਤਾਂ ਮਨਮੁਖ ਨੂੰ ਪ੍ਰਾਪਤ ਕਿਉਂ ਨਹੀਂ? ਤਾਂ ਦੱਸਦੇ ਹਨ ਕਿ ਮਨਮੁਖ ਦੇ ਅੰਦਰ ਕ੍ਰੋਧ ਦੀ ਭੂਤਨੀ ਹੁੰਦੀ ਹੈ। ਕ੍ਰੋਧ ਤੋਂ ਉਪਲਖਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਵਿਕਾਰ ਲੈਣੇ ਹਨ। ਮਨਮੁਖ ਇਹਨਾਂ ਦੇ ਰਸ ਵਿੱਚ ਹੁੰਦਾ ਹੈ। ਇਹਨਾਂ ਰਸਾਂ ਤੋਂ ਸੁਰਤ ਤਾਂ ਉੱਚੀ ਉੱਠਦੀ ਹੈ। ਜੇ ਭਜਨ ਕਰੇ ਤੇ ਭਜਨ ਕਰਨਾ ਗੁਰੂ ਨੇ ਦੱਸਣਾ ਹੈ। ਉਹ ਗੁਰੂ ਕੀ ਸ਼ਰਨ ਨਹੀਂ ਲੈਂਦਾ, ਇਸ ਕਰਕੇ ਜਨਮ ਮਰਨ, ਹਰਖ ਸ਼ੋਗ ਆਦਿ ਦੁੱਖਾਂ ਸੁੱਖਾਂ ਵਿੱਚ ਪਲਚਦਾ ਦੁਖੀ ਹੁੰਦਾ ਹੈ। ਇੱਕ ਪ੍ਰਸ਼ਨ ਰਹਿ ਗਿਆ ਜੋ ਸੋਤੇ ਹੀ ਉਪਜਦਾ ਹੈ ਕਿ ਹੋਰ ਰਸ ਤਾਂ ਸਾਰੇ ਇੱਕ ਦੇਸ਼ੀ ਹਨ। ਇਹ ਹਰੀ ਰਸ ਸਰਬ ਦੇਸ਼ੀ ਅਰਥਾਤ ਵਿਆਪਕ ਕੀਕੂ ਹੈ। ਇਸ ਦਾ ਉੱਤਰ ਚੌਥੇ ਅੰਕ ਵਿੱਚ ਹੈ। ਉਹ ਇਹ ਹੈ ਕਿ ਹਰੀ ਆਪ ਵਿਆਪਕ ਹਸਤੀ ਹੈ। ਉਹ ਵਿਆਪਕ ਹਸਤੀ ਆਨੰਦ ਸਰੂਪ ਹੈ, ਅਰਥਾਤ ਰਸ ਰੂਪ ਹੈ। ਕਿ ਹਰੀ ਬੇਪਰਵਾਹ ਹੈ, ਅਸੰਗ ਹੈ, ਬੇਲੋੜ ਹੈ। ਉਸ ਨੂੰ ਕੀ ਪਈ ਹੈ ਕਿ ਹਰੀ ਰਸ ਕਿਸੇ ਨੂੰ ਦੇਵੇ। ਸੋ ਕੀ ਮਨਮੁਖ ਕੀ ਗੁਰਮੁਖ ਸਭੇ ਵਾਂਝੇ ਰਹਿਣਗੇ। ਤਾਂ ਚੌਥੇ ਅੰਕ ਦੀ ਦੂਸਰੀ ਸਤਰ ਵਿੱਚ ਫਰਮਾਉਂਦੇ ਹਨ ਕਿ ਉਸ ਦਾ ਇੱਕ ਬਿਰਦ ਹੈ ਦਇਆ। ਉਹ ਦਇਆ ਵਿੱਚ ਆ ਕੇ ਇਹ ਰਸ ਆਪੇ ਦਿੰਦਾ ਹੈ। ਫਿਰ ਪੁੱਛਣਾ ਹੁੰਦੀ ਹੈ ਕਿ ਸਭ ਕਿਸੇ ਨੂੰ ਦਿੰਦਾ ਕਿਉਂ ਨਹੀਂ? ਤਾਂ ਦੱਸਦੇ ਹਨ ਕਿ ਗੁਰੂ ਦੁਆਰੇ ਦਿੰਦਾ ਹੈ। ਇਸ ਕਹਿਣ ਵਿੱਚ ਸਾਰਾ ਅਗਲਾ ਕਰਤੱਵ ਆ ਗਿਆ ਕਿ ਗੁਰੂ ਨਾਮ ਦਿੰਦਾ ਹੈ, ਹਰੀ ਕੀਰਤਨ ਦਿੰਦਾ ਹੈ, ਪਾਪ ਕੱਟਣੇ ਦੱਸਦਾ ਹੈ। ਇਉਂ ਰਸ ਮਹਿਤਾ ਆ ਜਾਂਦੀ ਹੈ। ਦਾਤਾ ਵਾਹਿਗੁਰੂ, ਦਾਤਾ ਗੁਰੂ ਦੇ ਰਾਹੀਂ ਜੀਵ ਨੂੰ ਰਸਤੇ ਪਾ ਕੇ ਫਿਰ ਆਪ ਉਹਨਾਂ ਦੇ ਮੂੰਹ ਵਿੱਚ ਹਰੀ ਰਸ ਚੋਂਦਾ ਹੈ, ਜਿਵੇਂ ਮਾਂ ਬੱਚੇ ਦੇ ਮੂੰਹ ਵਿੱਚ ਦੁੱਧ ਚੋਂਦੀ ਹੈ ਦਿਆਲੂ ਹੋ ਕੇ। ਅਖੀਰਲੀ ਤੁਕ ਵਿੱਚ ਹਰੀ ਰਸ ਦੀ ਪ੍ਰਾਪਤੀ ਦਾ ਫਲ ਇੱਕ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ। ਜਿਵੇਂ ਕੋਈ ਬ੍ਰਿਛ ਸੁੱਕ ਜਾਵੇ ਤੇ ਕਾਠ ਹੋ ਜਾਵੇ,
ਕੋਈ ਕਰਾਮਾਤੀ ਮਾਲੀ ਐਸਾ ਕੋਈ ਰਸ ਭਾਵ ਪਾਣੀ ਉਸ ਨੂੰ ਦੇਵੇ ਕਿ ਉਹ ਉਸ ਦੇ ਰਾਗ ਰੇਸ਼ੇ ਵਿੱਚ ਫਿਰ ਕੇ ਜਾਨ ਪਾ ਦੇਵੇ, ਤਾਂ ਉਹ ਮੌਲ ਉੱਠੇਗਾ ਤੇ ਹਰਿਆ ਭਰਿਆ ਹੋ ਜਾਏਗਾ। ਤਿਵੇਂ ਨਾਮ ਤੋਂ ਉਪਜੇ ਰਸ ਨਾਲ ਜੀਵ ਜੋ ਮਾਇਆ ਵਿੱਚ ਮਾਇਆ ਰੂਪ ਹੋ ਰਿਹਾ ਹੈ ਤੇ ਆਤਮ ਜੀਵਨ ਦੀ ਅਨੁਭਵਤਾ ਤੋਂ ਕਾਠ ਵਾਂਗੂ ਖੁਸ਼ਕ ਹੋ ਰਿਹਾ ਹੈ, ਉਹ ਹਰਿਆ ਭਰਿਆ ਹੋ ਜਾਵੇਗਾ। ਉਹ ਆਤਮ ਆਨੰਦ ਵਿੱਚ, ਆਤਮ ਲਖਤਾ ਵਿੱਚ ਮਾਨੋ ਨਵੇਂ ਸਿਰਿਓਂ ਜਿਉਂ ਉੱਠੇਗਾ। ਨਿਰੁਕਤ ਖਾਏ ਦਾ ਭਾਵ ਹੈ ਪੀਵੀਏ। ਪੀਣ ਵਾਲੀਆਂ ਵਸਤਾਂ ਵਾਸਤੇ ਖਾਏ ਪਦ ਵੀ ਪੁਰਾਣੇ ਸਮੇਂ ਵਰਤੀਂਦਾ ਸੀ। ਬੰਗਾਲੀ ਵਿੱਚ ਹੁਣ ਤੱਕ ਵੀ ਜਲ ਨੂੰ ਖੈਬੋ ਖਾਣਾ ਆਖਦੇ ਹਨ। ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ। ਇਹ ਸਤਰ ਦੇਹਲੀ ਦੀਪਕ ਹੈ। ਇਸ ਤੋਂ ਪਹਿਲਾਂ ਰਹਾਉ ਤੇ ਮਗਰਲੀਆਂ 2 ਤੁਕਾਂ ਸੁਹਾਗਣੀਆਂ ਦੇ ਬਚਨ ਹਨ। ਰਹਾਉ ਵਿੱਚ ਉਹਨਾਂ ਨੇ ਗੁਰੂ ਨੂੰ ਮਿਲ ਕੇ ਹਰੀ ਗੁਣ ਗਾਇਨ ਦਾ ਉਪਦੇਸ਼ ਦਿੱਤਾ ਹੈ। ਫਿਰ ਮਗਰਲੀਆਂ 2 ਤੁਕਾਂ ਵਿੱਚ ਗੁਰੂ ਦੇ ਬਚਨ ਤੇ ਕਮਾਈ ਕਰਨ ਦੀ ਸੁਮੱਤ ਦਿੱਤੀ ਹੈ ਤੇ ਦੱਸਿਆ ਹੈ ਕਿ ਐਸਾ ਕਰਨੇ ਤੇ ਸ਼ਬਦ ਦੀ ਪਹਿਲੀ ਤੁਕ ਵਿੱਚ ਦੱਸਿਆ ਹਰ ਰਸ ਮਿਲੇਗਾ। ਗੁਰਮੁਖੀਆ ਦਾ ਭਾਵ ਹੈ ਜਿਨ੍ਹਾਂ ਦਾ ਮੋਹ ਗੁਰੂ ਵੱਲ ਹੋਵੇ, ਜੋ ਗੁਰੂ ਦੇ ਸਨਮੁਖ ਹੋਣ। ਵਣ ਤਿੰਨ ਦਾ ਭਾਵ ਹੈ ਵਣ ਵਿੱਚ, ਤਿੰਨ ਵਿੱਚ, ਬ੍ਰਿਸ਼ ਵਿੱਚ, ਘਾਹ ਦੇ ਤੀਲੇ ਵਿੱਚ। ਇਹ ਇੱਕ ਮੁਹਾਵਰਾ ਹੈ। ਅਰਥ ਹੈ ਹਰ ਸੂਖਮ ਤੋਂ ਸੂਖਮ ਵਿੱਚ ਤੇ ਹਰ ਸਥੂਲ ਤੋਂ ਸਥੂਲ ਵਿੱਚ, ਜਾਂ ਨਿੱਕੀ ਤੇ ਵੱਡੀ ਹਰ ਸ਼ੈ ਵਿੱਚ ਵਿਆਪਕ ਹੈ। ਪ੍ਰਾਕਥਨ ਇਸ ਚੌਪਦੇ ਵਿੱਚ ਦਿਨ ਰਾਤ ਚੱਲਣਾ, ਉਮਰ ਕੱਟਣੀ ਦਿਖਾ ਕੇ ਗੁਰਮੁਖ ਜੀਵਨ ਬਸਰ ਕਰਨੇ ਦਾ ਉਪਦੇਸ਼ ਦਿੱਤਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ। ਦਿਨ ਚੜ੍ਹਦਾ ਹੈ ਫੇਰ ਲਹਿ ਜਾਂਦਾ ਹੈ। ਇਸੀ ਤਰ੍ਹਾਂ ਰਾਤ ਵੀ ਸਾਰੀ ਆਉਂਦੀ ਤੇ ਲੰਘ ਜਾਂਦੀ ਹੈ। ਆਵ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਇਸ ਆਵਾਜਾਈ ਵਿੱਚ ਜੀਵ ਦੀ ਉਮਰਾ ਘਟਦੀ ਜਾਂਦੀ ਹੈ, ਪਰ ਇਹ ਮਨੁੱਖ ਹੈ ਜੋ ਨਹੀਂ ਸਮਝਦਾ ਕਿ ਕਾਲ ਰੂਪੀ ਚੂਹਾ ਮੇਰੀ ਉਮਰਾ ਰੂਪੀ ਰੱਸੀ ਨੂੰ ਨਿਤ ਕੱਟ ਰਿਹਾ ਹੈ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੈ ਪਚਾਏ। ਇਸ ਦੇ ਦੁਆਲੇ ਮਾਇਆ ਦਾ ਮਿੱਠਾ ਲੱਗਣ ਵਾਲਾ ਪਸਾਰਾ ਪਸਰ ਰਿਹਾ ਹੈ, ਉਸ ਵਿੱਚ ਇਹ ਮਨਮੁਖ ਲੱਗ ਰਿਹਾ ਹੈ। ਜਿਵੇਂ ਕਿ ਢਿੱਲੇ ਗੁੜ ਦੇ ਪਸਾਰੇ ਵਿੱਚ ਮੱਖੀ ਲੱਗ ਕੇ ਫਸ ਮਰਦੀ ਹੈ, ਤਿਵੇਂ ਇਹ ਮਾਇਆ ਪਸਾਰੇ ਵਿੱਚ ਫਸ ਕੇ ਮਰਦਾ ਮਰਾਂਦਾ ਹੈ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਹੁਣ ਉੱਤਮ ਪੁਰਖ ਭਾਵ ਆਪਣੇ ਦੁਆਰਾ ਬਚਨੇ ਦਾ ਉਪਾਉ ਉਪਦੇਸ਼ ਕਰਦੇ ਹਨ। ਹੇ ਭਾਈ, ਮੈਨੂੰ ਬਚਾਉਣ ਵਾਲਾ ਮੇਰਾ ਮਿੱਤਰ ਤੇ ਸਖਾ ਉਹ ਪ੍ਰਭੂ ਹੈ। ਪੋਤਕ ਲੱਤ ਮੋਹ ਬਿਖ ਹੈ, ਅੰਤ ਬੇਲੀ ਕੋਏ ਨਾ ਹੋਏ। ਰਹਾਉ ਪੁੱਤਰ ਤੇ ਇਸਤਰੀ ਦਾ ਮੋਹ ਵਿਹੁ ਤੁਲ ਹੈ। ਇਹਨਾਂ ਵਿੱਚੋਂ ਕੋਈ ਅੰਤ ਨੂੰ ਤੇਰਾ ਬੇਲੀ ਭਾਵ ਸਹਾਇਕ ਮਿੱਤਰ ਨਹੀਂ ਬਣੇਗਾ। ਰਹਾਉ ਇਸ ਮੈਂ ਮੀਤ ਦੁਆਰੇ ਉਪਦੇਸ਼ ਕਰ ਰਹੇ ਹਨ ਕਿ ਤੇਰਾ ਮੀਤ ਸਖਾ ਵੀ ਉਹ ਪ੍ਰਭੂ ਹੈ। ਇਸ ਤੋਂ ਅਗਲੇਰੀ ਤੁਕ ਸਾਫ਼ ਸੁਣਨ ਵਾਲੇ ਭਾਈ ਪ੍ਰਤੀ ਹੈ ਕਿ ਅੰਤ ਨੂੰ ਤੇਰਾ ਕੋਈ ਬੇਲੀ ਨਹੀਂ ਹੋਣਾ। ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹੇ ਸਰਨਾਏ। ਹੁਣ ਜਿਨ੍ਹਾਂ ਨੇ ਕਾਲਗਤੀ ਨੂੰ ਤੇ ਮਾਇਆ ਮੋਹ ਨੂੰ ਬੁੱਝ ਲਿਆ ਹੈ, ਉਹਨਾਂ ਦੀ ਹਾਲਤ ਦੱਸਦੇ ਹਨ। ਪਰ ਜੋ ਲੋਕ ਗੁਰੂ ਦੀ ਮੱਤ ਦੁਆਰਾ ਹਰੀ ਵਿੱਚ ਲਿਵ ਲਾ ਕੇ ਪਚੇ ਪਚਾਏ ਜਾਣ ਤੋਂ ਬਚ ਰਹੇ, ਉਹ ਮਾਇਆ ਵਿੱਚ ਵਸਦੇ ਮਾਇਆ ਦੇ ਮੋਹ ਤੋਂ ਅਲੇਪ ਰਹੇ। ਹਰੀ ਦੀ ਸ਼ਰਨ ਵਿੱਚ ਰਹਿਣੇ ਕਰਕੇ ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਇਸ ਤਰ੍ਹਾਂ ਕਿ ਉਹਨਾਂ ਨੇ ਇਹ ਗੱਲ ਸਦਾ ਨਜ਼ਰ ਵਿੱਚ ਰੱਖੀ ਕਿ ਇਥੋਂ ਅੰਤ ਚੱਲਣਾ ਹੈ। ਇਸ ਲਈ ਉਹਨਾਂ ਨੇ ਹਰੀ ਨਾਮ ਸਿਮਰਨ ਰੂਪੀ ਅੱਗੇ ਦਾ ਖਰਚ ਜਮ੍ਹਾਂ ਕਰ ਲੀਤਾ, ਜਿਸ ਕਰਕੇ ਪਤ ਪ੍ਰਾਪਤ ਹੁੰਦੀ ਹੈ।
ਗੁਰਮੁਖ ਦਰਗਹਿ ਮੰਨੀਐ ਹੈ, ਹਰ ਆਪ ਲਏ ਗਲ ਲਾਏ। ਉਹ ਗੁਰਮੁਖ ਹਨ, ਉਹ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ। ਹਰੀ ਆਪ ਉਹਨਾਂ ਨੂੰ ਆਪਣੇ ਗਲੇ ਲਾ ਲੈਂਦਾ ਹੈ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ। ਦੁਨੀਆ ਵਿੱਚ ਗੁਰਮੁਖਾਂ ਨੂੰ ਪਰਮਾਰਥ ਦਾ ਰਸਤਾ ਰੌਸ਼ਨ ਹੁੰਦਾ ਹੈ। ਕੋਈ ਸੰਸਾ ਵਿਪਰੈ ਨਹੀਂ ਹੁੰਦਾ ਅਤੇ ਦਰਗਾਹੇ ਅਪੜਨ ਤੇ ਦਰਗਾਹ ਦੇ ਦਰਵਾਜ਼ੇ ਉੱਤੇ ਅੰਦਰ ਵੜਨੋਂ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ। ਹਰ ਨਾਮ ਸਲਾਹਣ ਨਾਮ ਮਨ, ਨਾਮ ਰਹਿਣ ਲਿਵ ਲਾਏ। ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸੋਭਾ ਪਾਏ। ਉਸ ਦਰ ਉੱਤੇ ਅਨਾਹਦ ਧੁਨ ਵਾਲੇ ਵਾਜੇ ਵੱਜਦੇ ਹਨ। ਉਹ ਗੁਰਮੁਖ ਉਸ ਸੱਚੇ ਦਰ ਉੱਤੇ ਸੋਭਾ ਪ੍ਰਾਪਤ ਕਰਦੇ ਹਨ। ਪ੍ਰਸ਼ਨ, ਉਹ ਪੰਥ ਜਿਸ ਤੇ ਤੁਰ ਕੇ ਉਹ ਦਰ ਪੜ੍ਹਦੇ ਹਨ ਕਿਹੜਾ ਹੈ, ਜੋ ਉਹਨਾਂ ਤੇ ਪ੍ਰਗਟ ਹੁੰਦਾ ਹੈ? ਉੱਤਰ, ਉਹ ਹਰੀ ਨਾਮ ਨੂੰ ਸਲਾਹੁੰਦੇ ਹਨ, ਹਰੀ ਨਾਮ ਨੂੰ ਮਨ ਵਿੱਚ ਵਸਾਉਂਦੇ ਹਨ, ਹਰੀ ਨਾਮ ਵਿੱਚ ਲਿਵ ਲਾਈ ਰੱਖਦੇ ਹਨ। ਜਿਨੇ ਗੁਰਮੁਖ ਨਾਮ ਸਲਾਹਿਆ, ਤਿਨਾ ਸਭ ਕੋ ਕਹੈ ਸਾਬਾਸ। ਜਿਨ੍ਹਾਂ ਨੇ ਗੁਰਮੁਖ ਹੋ ਕੇ ਨਾਮ ਜਪਿਆ ਤੇ ਨਾਮੀ ਰੱਬ ਜੀ ਨੂੰ ਸਲਾਹਿਆ ਹੈ, ਉਹਨਾਂ ਨੂੰ ਲੋਕ ਪਰਲੋਕ ਵਿੱਚ ਸਭ ਕੋਈ ਸ਼ਾਬਾਸ਼ੀ ਆਖਦਾ ਹੈ। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਹੇ ਪ੍ਰਭੂ, ਉਹਨਾਂ ਦੀ ਸੰਗਤ ਮੈਨੂੰ ਦੇਹ, ਮੈਂ ਮੰਗਣਹਾਰ ਦੀ ਇਹ ਅਰਦਾਸ ਹੈ। ਨਾਨਕ ਭਾਗ ਵੱਡੇ ਤਿਨਾ ਗੁਰਮੁਖਾ, ਜਿਨ ਅੰਤਰ ਨਾਮ ਪਰਗਾਸ। ਹੇ ਨਾਨਕ, ਉਹਨਾਂ ਗੁਰਮੁਖਾਂ ਦੇ ਭਾਗ ਬਹੁਤ ਵੱਡੇ ਹਨ, ਜਿਨ੍ਹਾਂ ਦੇ ਅੰਦਰ ਨਾਮ ਪ੍ਰਕਾਸ਼ ਪਾ ਰਿਹਾ ਹੈ, ਭਾਵ ਨਾਮ ਨਿਵਾਸ ਹੋ ਕੇ ਹਰੀ ਦੀ ਲਖਤਾ ਦਾ ਚਾਨਣਾ ਦੇ ਰਿਹਾ ਹੈ। ਵਿਆਖਿਆ। ਪਹਿਲੇ ਅੰਕ ਵਿੱਚ ਇਨਸਾਨ ਦੀ ਨਜ਼ਰ ਦੋ ਗੱਲਾਂ ਵੱਲ ਪਵਾਈ ਹੈ। ਪਹਿਲੀ ਇਹ ਕਿ ਦਿਨ ਤੇ ਰਾਤ ਦੀ ਆਵਾਜਾਈ ਕਾਲ ਦੀ ਗਤੀ ਹੈ, ਇਸ ਨਾਲ ਇਨਸਾਨ ਦੀ ਉਮਰਾ ਘਟ ਰਹੀ ਹੈ, ਪਰ ਮਨੁੱਖ ਦਾ ਖਿਆਲ ਇਸ ਵਿਚਾਰ ਵੱਲ ਘੱਟ ਹੀ ਪੈਂਦਾ ਹੈ ਕਿ ਇਹ ਕਾਲ ਗਤੀ ਮੇਰੀ ਉਮਰਾ ਘਟਾ ਰਹੀ ਹੈ। ਦੂਜੀ ਇਹ ਕਿ ਮਨੁੱਖ ਦੀ ਇਸ ਅਵੇਸਲਤਾਈ ਦਾ ਕਾਰਨ ਇਸ ਦੇ ਦੁਆਲੇ ਪਸਰ ਰਹੀ ਮਾਇਆ ਹੈ, ਜਿਸ ਦੀ ਮੋਹਨਹਾਰੀ ਮਿਠਾਸ ਵਿੱਚ ਇਹ ਮਸਤ ਹੈ ਤੇ ਜਿਸ ਮਸਤੀ ਦਾ ਅੰਤ ਦੁੱਖ ਹੈ। ਫਿਰ ਰਹਾਉ ਵਿੱਚ ਦੱਸਦੇ ਹਨ ਕਿ ਜਿਸ ਇਸਤਰੀ ਪੁੱਤਰ ਆਦਿ ਦੇ ਮੋਹ ਵਿੱਚ ਲੱਗੇ ਅਵੇਸਲੇ ਹੋ ਕੇ ਦਿਨ ਰਾਤ ਗੁਆ ਰਹੇ ਹੋ, ਉਹਨਾਂ ਵਿੱਚੋਂ ਕਿਸੇ ਨੇ ਅੰਤ ਸਹਾਈ ਨਹੀਂ ਹੋਣਾ। ਅੰਤ ਨੂੰ ਮਿੱਤਰ ਤੇ ਸਹਾਈ ਹੋਣੇ ਵਾਲਾ ਕੇਵਲ ਵਾਹਿਗੁਰੂ ਹੈ। ਹੁਣ ਅੰਕ 2 ਵਿੱਚ ਦੱਸਦੇ ਹਨ ਕਿ ਇਹ ਗੱਲ ਜਾਣ ਕੇ ਜੋ ਲੋਕ ਅਵੇਸਲੇ ਨਹੀਂ ਰਹਿੰਦੇ, ਉਹ ਗੁਰੂ ਦੀ ਮੱਤ ਲੈਂਦੇ ਹਨ। ਉਸ ਪਰ ਤੁਰਨੇ ਕਰਕੇ ਉਹ ਦੁੱਖਾਂ ਦੀ ਪ੍ਰਸੰਗਲੀ ਤੋਂ ਬਚ ਰਹਿੰਦੇ ਹਨ। ਪ੍ਰਸ਼ਨ ਹੁੰਦਾ ਹੈ ਕਿਉਂ? ਤਾਂ ਉੱਤਰ ਦਿੰਦੇ ਹਨ ਕਿ ਉਹ ਹਰੀ ਦੀ ਲਿਵ ਵਿੱਚ ਲੱਗ ਪਏ। ਆਪਣੀ ਮੱਤ ਨਾਲ ਤਾਂ ਉਹ ਮਾਇਆ ਦੀ ਲਿਵ ਵਿੱਚ ਸਨ, ਗੁਰੂ ਦੀ ਮੱਤ ਨੇ ਉਹਨਾਂ ਨੂੰ ਹਰੀ ਦੀ ਲਿਵ ਵਿੱਚ ਲਾ ਦਿੱਤਾ। ਇਸ ਕਰਕੇ ਉਹ ਮਾਇਆ ਵਿੱਚ ਵਸਦੇ ਹੋਏ ਮਾਇਆ ਦੇ ਮੋਹਨਹਾਰ ਤੇ ਭੁਲਾਵਾ ਦੇਣ ਵਾਲੇ ਅਸਰ ਤੋਂ ਲਿਪਤ ਨਾ ਹੋਏ। ਉਹਨਾਂ ਦੀ ਇਹ ਰੱਖਿਆ ਕਿਉਂ ਹੋਈ? ਇਸ ਤਰ੍ਹਾਂ ਕਿ ਉਹ ਵਾਹਿਗੁਰੂ ਦੀ ਓਟ ਵਿੱਚ ਰਹਿੰਦੇ ਹਨ। ਵਾਹਿਗੁਰੂ ਦੀ ਸ਼ਰਨ ਓਟ ਜਾਂ ਪਨਾਹ ਉਹਨਾਂ ਦੀ ਰੱਖਿਆ ਕਰਦੀ ਹੈ। ਉਹ ਓਟ ਕਿਵੇਂ ਲੈਂਦੇ ਹਨ? ਤਾਂ ਦੱਸਦੇ ਹਨ ਕਿ ਉਹ ਇੱਥੋਂ ਇੱਕ ਦਿਨ ਚੱਲਣਾ ਹੈ, ਇਹ ਗੱਲ ਸਦਾ ਯਾਦ ਰੱਖਦੇ ਹਨ। ਸੰਸਾਰ ਵਿੱਚ ਵਿਚਰਦੇ ਇਹ ਸੰਸਾਰ ਸਦਾ ਨਹੀਂ ਯਾਦ ਰੱਖਦੇ, ਉਹ ਮੰਦ ਕਰਮਾਂ ਤੋਂ ਬਚੇ ਰਹਿੰਦੇ ਹਨ ਤੇ ਧਿਆਨ ਸੰਸਾਰ ਤੋਂ ਉੱਚਾ ਕਰਕੇ ਰਚਨਹਾਰ ਵੱਲ ਰੱਖਦੇ ਹਨ। ਅਰਥਾਤ ਚੱਲਣ ਯਾਦ ਹੋਣ ਕਰਕੇ ਗਾਫਲ ਹੋ ਕੇ ਕਰਮ ਨਹੀਂ ਕਰਦੇ ਤੇ ਇੱਥੇ ਫਸੌਤੀ ਦੇ ਕੰਮ ਨਹੀਂ ਕਰਦੇ ਤੇ ਅੱਗੋਂ ਲਈ ਯਤਨ ਕਰਦੇ ਹਨ। ਇਸ ਲਈ ਉਹ ਅੱਗੇ ਲਈ ਤੋਸ਼ਾ ਇਕੱਠਾ ਕਰਦੇ ਹਨ। ਉਹ ਤੋਸ਼ਾ ਕੀ ਹੈ? ਹਰੀ ਰੂਪੀ ਖਰਚ, ਪਰਮੇਸ਼ਰ ਦਾ ਨਾਮ ਰੂਪੀ ਧਨ, ਜਿਸ ਦਾ ਅੱਗੇ ਚੱਲਣ ਹੈ।
ਉਥੇ ਇਥੋਂ ਦਾ ਧਨ ਕੁਛ ਮੁੱਲ ਨਹੀਂ ਪਾਉਂਦਾ। ਉਹ ਹਰ ਨਾਮ ਦੀ ਖਰਚੀ ਲੈ ਕੇ ਜਦ ਅੱਗੇ ਜਾਂਦੇ ਹਨ ਤਾਂ ਪੱਤ ਪ੍ਰਾਪਤ ਹੁੰਦੀ ਹੈ। ਅੱਗੇ ਅਰਥਾਤ ਦਰਗਾਹ ਵਿੱਚ ਉਹਨਾਂ ਸਤਿਕਾਰ ਮਿਲਦਾ ਹੈ, ਨਾ ਕੇਵਲ ਦਰਗਾਹ ਦੇ ਉੱਚੇ ਸੁੱਚੇ ਵਾਸੀਆਂ ਤੋਂ, ਸਗੋਂ ਹਰੀ ਆਪ ਉਹਨਾਂ ਨੂੰ ਗਲ ਲਾ ਲੈਂਦਾ ਹੈ। ਐਸੇ ਮਹਾਂਪੁਰਖਾਂ ਨੂੰ ਗੁਰਮੁਖ ਕਹੀਦਾ ਹੈ। ਹੁਣ ਅੰਕ 3 ਵਿੱਚ ਗੁਰਮੁਖਾਂ ਦੀ ਕਰਨੀ ਤੇ ਪ੍ਰਾਪਤੀ ਹੋਰ ਖੋਲ੍ਹਦੇ ਹਨ। ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਜੋ ਮਾਰਗ ਹੈ ਉਹ ਗੁਰਮੁਖਾਂ ਉੱਤੇ ਪ੍ਰਗਟ ਹੋ ਜਾਂਦਾ ਹੈ। ਭਾਵ ਉਹਨਾਂ ਨੂੰ ਸ਼ੱਕ ਸ਼ੁਭੇ ਸੰਸ਼ੇ ਵਿਪਰੈ ਤੋਂ ਸਾਫ਼ ਦਿਸ ਪੈਂਦਾ ਹੈ ਕਿ ਰਸਤਾ ਨਾਮ ਹੈ ਤੇ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਹੈ। ਇਸ ਲਈ ਉਹਨਾਂ ਨੂੰ ਦਰਗਾਹੇ ਅੱਪੜਨ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਭਾਵ ਕੋਈ ਵਿਘਨ ਉਹਨਾਂ ਦਾ ਵਿਘਨਕਾਰੀ ਨਹੀਂ ਬਣਦਾ। ਉਹ ਇਸ ਰਾਹੇ ਤੁਰਦੇ ਕੀਕੂ ਹਨ। ਉਹ ਹਰੀ ਦੀ ਸਲਾਹੁਤ ਕਰਦੇ ਹਨ, ਉਸ ਦੇ ਨਾਮ ਦੀ ਸਲਾਹੁਤ ਕਰਦੇ ਹਨ। ਨਿਰੀ ਸਲਾਹੁਤ ਹੀ ਨਹੀਂ ਕਰਦੇ, ਮਨ ਵਿੱਚ ਨਾਮ ਨੂੰ ਵਸਾਉਂਦੇ ਹਨ ਤੇ ਨਾਮ ਦੁਆਰਾ ਨਾਮੀ ਵਿੱਚ ਲਿਵ ਲਾਈ ਰੱਖਦੇ ਹਨ। ਉਹਨਾਂ ਦੇ ਦਰ ਅੱਪੜਨ ਤੇ ਉਹ ਕੀ ਦੇਖਦੇ ਹਨ ਕਿ ਅਨਹਦ ਧੁਨੀ ਵਾਲੇ ਵਾਜੇ ਵੱਜ ਰਹੇ ਹਨ, ਦਿਵੈ ਰਾਗ ਹੋ ਰਹੇ ਹਨ ਤੇ ਦਰ ਦੇ ਅੰਦਰ ਜਾ ਕੇ ਉਹਨਾਂ ਨੂੰ ਸ਼ੋਭਾ ਪ੍ਰਾਪਤ ਹੁੰਦੀ ਹੈ। ਗੁਣੀ ਜਨ ਇਉਂ ਵੀ ਅਰਥ ਲਾਉਂਦੇ ਹਨ ਕਿ ਉਹਨਾਂ ਦੇ ਦਰ ਭਾਵ ਅੰਤঃਕਰਨ ਵਿੱਚ ਸ਼ਬਦ ਅਭਿਆਸ ਦੇ ਅਨਹਦ ਵਾਜੇ ਵੱਜ ਰਹੇ ਹੁੰਦੇ ਹਨ। ਭਾਵ ਜਿਸ ਨਾਮ ਦੀ ਲਿਵ ਲਾਈ ਹੈ ਉਹ ਬਿਨ ਵਜਾਏ ਵੱਜਣ ਵਾਲੇ ਜਾਂ ਹੱਦ ਤੋਂ ਰਹਿਤ ਨਾਸ਼ ਤੋਂ ਰਹਿਤ ਵੱਜਣ ਵਾਲੇ ਵਾਜੇ ਹੋ ਕੇ ਵੱਜ ਰਹੇ ਹੁੰਦੇ ਹਨ। ਨਾਮ ਦੀ ਸੰਗੀਤਕ ਲਹਿਰ ਅੰਦਰ ਹੋ ਰਹੀ ਹੁੰਦੀ ਹੈ, ਇਸ ਲਈ ਉਹਨਾਂ ਦੀ ਸੱਚੇ ਦਰ ਸ਼ੋਭਾ ਹੁੰਦੀ ਹੈ। ਹੁਣ ਅੰਕ 4 ਵਿੱਚ ਉਹ ਗੱਲ ਦੱਸ ਕੇ ਸਤਿਪੁਰਖਾਂ ਦਾ ਸਤਸੰਗ ਕਰਨੇ ਦਾ ਉਪਦੇਸ਼ ਦਿੰਦੇ ਹਨ। ਉਹਨਾਂ ਗੁਰਮੁਖਾਂ ਦੇ ਭਾਗ ਵੱਡੇ ਚੰਗੇ ਹਨ ਜਿਨ੍ਹਾਂ ਦੇ ਅੰਦਰ ਨਾਮ ਨਿਵਾਸ ਹੋ ਕੇ ਨਾਮ ਨੇ ਪ੍ਰਕਾਸ਼ ਰੂਪੀ ਨਾਮੀ ਨੂੰ ਪ੍ਰਕਾਸ਼ ਕਰ ਦਿੱਤਾ ਹੈ। ਨਾਮ ਨੇ ਨਾਮੀ ਨੂੰ ਪ੍ਰਗਟ ਕਰ ਦਿੱਤਾ ਹੈ। ਹੁਣ ਨਾਮੀ ਦਾ ਚਾਨਣਾ ਹੀ ਚਾਨਣਾ ਪ੍ਰਕਾਸ਼ ਪਾ ਰਿਹਾ ਹੈ। ਫਰਮਾਉਂਦੇ ਹਨ ਕਿ ਉਹਨਾਂ ਨੂੰ ਕਿ ਜਿਨ੍ਹਾਂ ਨੂੰ ਐਸਾ ਨਾਮ ਪ੍ਰਾਪਤ ਹੋਇਆ, ਕੇਵਲ ਦਰਗਾਹ ਵਾਲੇ ਹੀ ਨਹੀਂ ਸਭ ਕੋਈ ਸ਼ਾਬਾਸ਼ ਆਖਦਾ ਹੈ। ਭਾਵ ਹੈ ਕਿ ਉਹ ਲੋਕ ਪਰਲੋਕ ਵਿੱਚ ਸਨਮਾਨਯੋਗ ਹੁੰਦੇ ਹਨ। ਐਸਿਆਂ ਦਾ ਸਤ ਸੰਗ ਕਰੋ। ਨਿਰੁਕਤ ਦਿਨਸ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦਿਵਸ ਭਾਵ ਦਿਨ। ਆਥਵੈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਸਤ, ਪ੍ਰਾਕਿਰਤੀ ਵਿੱਚ ਅਤਥ। ਅਸਤ ਹੋਣਾ, ਡੁੱਬਣਾ, ਮੁੱਕ ਜਾਣਾ, ਲਹਿ ਜਾਣਾ। ਮੂਸਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਮੂਖਕ, ਚੂਹਾ ਭਾਵ ਕਾਲ ਸਮਾਂ। ਗੁੜ ਤੋਂ ਭਾਵ ਢਿੱਲਾ ਗੁੜ ਹੈ। ਕਲੱਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਲੱਤਰ ਭਾਵ ਇਸਤਰੀ। ਵਿਖ ਦਾ ਭਾਵ ਹੈ ਵੇਹੋ ਭਾਵ ਜ਼ਹਿਰ। ਨਿਹਾਲਿਆ ਦਾ ਭਾਵ ਹੈ ਦੇਖਿਆ। ਲਾਜ ਟੁਕਾਏ ਦਾ ਭਾਵ ਹੈ ਲੱਜ ਟੁਕਦਾ ਹੈ ਚੂਹਾ, ਜਿਵੇਂ ਉਮਰਾਂ ਨੂੰ ਘਟਾਉਂਦਾ ਹੈ ਕਾਲ। ਇਹ ਇੱਕ ਦ੍ਰਿਸ਼ਟਾਂਤ ਹੈ ਅਰ ਇਸ ਦੇ ਉਦਾਲੇ ਕਥਾ ਵੀ ਹਨ। ਇੱਕ ਤਾਂ ਇਹ ਹੈ ਕਿ ਇੱਕ ਆਦਮੀ ਨੂੰ ਬਨ ਵਿੱਚ ਇੱਕ ਬਲਾ ਮਿਲੀ। ਉਹ ਉੱਥੋਂ ਵਾਹੋ ਦਾਹੀ ਉੱਠ ਭੱਜਾ। ਕੋਈ ਥਾਂ ਲੁਕਣ ਦੀ ਨਾ ਮਿਲੀ ਤਾਂ ਇੱਕ ਖੂਹ ਆ ਗਿਆ। ਇਸ ਨੇ ਛੇਤੀ ਨਾਲ ਖੂਹ ਤੇ ਪਈ ਲੱਜ ਨੂੰ ਪਕੜਿਆ ਤੇ ਖੂਹ ਵਿੱਚ ਲਟਕ ਗਿਆ। ਹੇਠਾਂ ਭਿਆਨਕ ਖੂਹ ਸੀ ਤੇ ਉੱਪਰ ਲੱਜ ਨੂੰ ਇੱਕ ਚੂਹਾ ਕੁਤਰਨ ਲੱਗ ਪਿਆ। ਉਸ ਖੂਹ ਉੱਪਰ ਉੱਗੇ ਬ੍ਰਿਸ਼ ਤੇ ਲੱਗੇ ਮੱਖੀਆਂ ਦੇ ਛੱਤੇ ਤੋਂ ਸ਼ਹਿਦ ਚੋਣ ਲੱਗ ਪਿਆ, ਜੋ ਉਸ ਦੇ ਮੂੰਹ ਵਿੱਚ ਪਿਆ ਟੱਪ ਕੇ। ਇਹ ਸ਼ਹਿਦ ਦੇ ਸਵਾਦ ਵਿੱਚ ਉਹ ਲੱਜ ਦੇ ਟੁੱਕੇ ਜਾਣ ਵੱਲੋਂ ਬੇਪਰਵਾਹ ਹੋ ਕੇ ਲੱਗਾ ਰਿਹਾ। ਇਸ ਤਰ੍ਹਾਂ ਜੀਵ ਵਿਸ਼ੇ ਰਸਾਂ ਵਿੱਚ ਲੱਗਾ ਮੌਤ ਤੋਂ ਗਾਫਲ ਹੈ। ਦੂਜੀ ਕਹਾਣੀ ਮਹਾਭਾਰਤ ਵਿੱਚ ਹੈ, ਜੋ ਵਿਦਰ ਜੀ ਨੇ ਧ੍ਰਿਤਰਾਸ਼ਟਰ ਨੂੰ ਉਸ ਦੇ ਪੁੱਤਰਾਂ ਦੇ ਵਿਜੋਗ ਦੁੱਖ ਸਮੇਂ ਵੈਰਾਗ ਦਾ ਉਪਦੇਸ਼ ਦੇਣ ਲਈ ਵਰਤੀ ਸੀ। ਇਹ ਕਥਾ ਇਸਤਰੀ ਪਰਬ ਦੇ 5-6 ਅਧਿਆਏ ਵਿੱਚ ਹੈ। ਨਰੋਤਮ ਤਾਰਾ ਸਿੰਘ ਜੀ ਇਸ ਤੁਕ ਵਿੱਚ ਆਏ ਲਾਜ ਟੁਕਾਏ ਦਾ ਇਸ਼ਾਰਾ ਉਸ ਕਥਾ ਵੱਲ ਸਮਝਦੇ ਸਨ, ਜੋ ਸੰਖੇਪ ਮਾਤਰ ਇਉਂ ਹੈ। ਇੱਕ ਭਿਆਨਕ ਬਨ ਵਿੱਚ ਇੱਕ ਬ੍ਰਾਹਮਣ ਗਿਆ। ਉੱਥੇ ਸ਼ੇਰ ਬਘਿਆੜ ਆਦਿਕ ਸਨ।
ਨਾਲੇ ਇੱਕ ਭਿਆਨਕ ਇਸਤਰੀ ਸੀ। ਇਸ ਤਰ੍ਹਾਂ ਦੇ ਹੋਰ ਕਈ ਡਰਦੇ ਸਾਮਾਨ ਦੇਖਦਾ ਉਹ ਉੱਠ ਨੱਸਿਆ ਜਾਂਦਾ ਇੱਕ ਵੇਲਾਂ ਵੱਲੀਆਂ ਨਾਲ ਢੱਕੇ ਖੂਹ ਵਿੱਚ ਢਹਿ ਪਿਆ। ਪਰ ਖੂਹ ਦੀ ਮਨ ਵਿੱਚੋਂ ਉੱਗੇ ਇੱਕ ਵੱਡੇ ਬ੍ਰਿਛ ਤੇ ਅਟਕ ਗਿਆ ਤੇ ਇੱਕ ਲਟਕ ਰਹੀ ਰੱਸੇ ਵਰਗੀ ਵੇਲ ਨੂੰ ਪਕੜ ਕੇ ਥੰਮ ਗਿਆ। ਪਰ ਹੇਠਾਂ ਤੱਕੇ ਤਾਂ ਖੂਹ ਵਿੱਚ ਭਿਆਨਕ ਨਾਗ ਹੈ, ਉੱਪਰ ਤੱਕੇ ਤਾਂ ਖੂਹ ਦੇ ਕਿਨਾਰੇ ਇੱਕ ਭਿਆਨਕ ਹਾਥੀ ਖੜਾ ਹੈ। ਉਸ ਨੇ ਜਿਸ ਵੱਲੀ ਨੂੰ ਹੱਥ ਪਾਇਆ ਸੀ ਉਸ ਨੂੰ ਕਾਲੇ ਧੌਲੇ ਚੂਹੇ ਕੱਟ ਰਹੇ ਸਨ ਤੇ ਖੂਹ ਉੱਪਰ ਦੇ ਲੱਗੇ ਬ੍ਰਿਛ ਪਰ ਲੱਗੇ ਮਖੀਰ ਦੇ ਛੱਤੇ ਵਿੱਚੋਂ ਮਾਖਿਓ ਚੋ ਰਿਹਾ ਸੀ, ਜਿਸ ਅੱਗੇ ਮੂੰਹ ਖੋਲ ਕੇ ਰਸ ਲੈਣ ਲੱਗ ਪਿਆ ਤੇ ਚੂਹਿਆਂ ਦੀ ਕੁਤਰਨੀ ਤੇ ਹੇਠਲੇ ਸਰਪ ਤੇ ਉੱਪਰਲੇ ਹਾਥੀ ਤੇ ਬਣ ਦੀਆਂ ਬਲਾਵਾਂ ਦੇ ਭੈ ਤੋਂ ਅਵੇਸਲਾ ਹੋ ਗਿਆ। ਇਸ ਕਥਾ ਨੂੰ ਫੇਰ ਬਿਦਰ ਜੀ ਨੇ ਮਨੁੱਖ ਦੀ ਅਵੇਸਲਤਾਈ ਤੇ ਘਟਾਇਆ ਹੈ। ਜਿਸ ਤਰ੍ਹਾਂ ਬ੍ਰਾਹਮਣ ਤੋਂ ਮੁਰਾਦ ਜੀਵ ਹੈ, ਬਣ ਤੋਂ ਮੁਰਾਦ ਸੰਸਾਰ ਹੈ, ਭੈਦਾਇਕ ਸਾਮਾਨ ਤੋਂ ਮੁਰਾਦ ਰਾਗ ਦਵੈਖ ਆਦਿਕ ਹਨ, ਭਿਆਨਕ ਇਸਤਰੀ ਤੋਂ ਮੁਰਾਦ ਬੁਢੇਪਾ ਹੈ, ਇਸ ਦੀਆਂ ਬਾਹਾਂ ਤੋਂ ਮੁਰਾਦ ਰੋਗ ਹਨ, ਅੰਧਾ ਖੂਹ ਤੋਂ ਮੁਰਾਦ ਦੇਹ ਹੈ, ਵੇਲ ਤੋਂ ਮੁਰਾਦ ਜੀਵਨ ਦੀ ਆਸ਼ਾ ਜਾਂ ਉਮਰਾ ਹੈ, ਹਾਥੀ ਤੋਂ ਮੁਰਾਦ ਖਟ ਰੁੱਤਾਂ ਹਨ। ਹਾਥੀ ਦੇ 4 ਪੈਰ, ਇੱਕ ਸੁੰਡ, ਇੱਕ ਪੂਛ ਹੁੰਦੀ ਹੈ, ਇਸ ਕਰਕੇ 6 ਰੁੱਤਾਂ ਦਾ ਭਾਵ ਕੱਢਦੇ ਹਨ। ਚੂਹੇ ਚੂਹੀ ਤੋਂ ਮੁਰਾਦ ਰਾਤ ਤੇ ਦਿਨ ਹਨ, ਸ਼ਹਿਦ ਤੋਂ ਮੁਰਾਦ ਵਿਸ਼ੈ ਰਸ ਹਨ। ਤੀਸਰੀ ਕਥਾ ਇਹ ਹੈ ਕਿ ਇੱਕ ਮੁਟਿਆਰ ਪਾਣੀ ਭਰਨ ਲੱਗੀ, ਗਾਗਰ ਇਸ ਨੇ ਵਿੱਚ ਵਹਾਈ ਤਾਂ ਖੂਹ ਦੇ ਨੇੜੇ ਤਮਾਸ਼ਾ ਹੋ ਰਿਹਾ ਸੀ। ਇਹ ਗਾਗਰ ਵਿੱਚ ਛੱਡ ਕੇ ਤਮਾਸ਼ਾ ਦੇਖਣ ਮਨ ਤੋਂ ਹੇਠ ਉਤਰ ਗਈ ਤੇ ਤਮਾਸ਼ਾ ਦੇਖਣ ਲੱਗ ਪਈ ਕਿ ਤਮਾਸ਼ੇ ਮਗਰੋਂ ਗਾਗਰ ਖਿੱਚ ਲਵਾਂਗੀ। ਇੱਧਰ ਇੱਕ ਚੂਹਾ ਜੋ ਖੂਹ ਦੇ ਲਾਗੇ ਰਹਿੰਦਾ ਸੀ ਲੱਜ ਟੁੱਕਣ ਲੱਗ ਪਿਆ। ਜਾਂ ਮੁਟਿਆਰ ਤਮਾਸ਼ਾ ਦੇਖ ਕੇ ਮਨ ਤੇ ਚੜ੍ਹੀ ਤੇ ਭੌਣੀ ਭੁਆਣ ਲੱਗੀ ਤਾਂ ਕੀ ਦੇਖੇ ਕਿ ਲੱਜ ਕੱਟ ਚੁੱਕੀ ਹੈ ਤੇ ਗਾਗਰ ਵਿੱਚ ਡੁੱਬ ਗਈ ਹੈ, ਹੁਣ ਕੱਢਣੀ ਕਠਨ ਹੋ ਗਈ ਹੈ। ਚੌਥੀ ਪਾਤਸ਼ਾਹੀ ਦੇ ਚੌਪਦੇ ਸਮਾਪਤ।